Hi guys, this is Harpreet Singh. Welcome back to the channel Mr. Singh Educations. Welcome to the Indian Polity classes for all the competitive exams. Student ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇੱਥੇ ਇਸ ਚੈਨਲ ਤੇ ਆਪਾਂ ਕੀ ਇੰਡੀਅਨ ਪੋਲਿਟੀ ਦੀ ਜਿਹੜਾ ਹੈਗਾ ਨੇ ਕੰਪੀਟੀਟਿਵ ਐਗਜ਼ਾਮ ਲਈ ਤੁਹਾਨੂੰ ਜਿਹੜਾ ਹੈਗਾ ਮਟੀਰੀਅਲ ਪ੍ਰੋਵਾਈਡ ਕਰਾਈ ਗਿਆ, ਤੁਹਾਨੂੰ ਜਿਹੜਾ ਹੈਗਾ ਡੈਫੀਨੇਸ਼ਨਸ ਤੁਹਾਨੂੰ ਜਿਹੜਾ ਐਕਸਪਲੇਨੇਸ਼ਨ ਦੇਈ ਗਿਆ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਸ ਵੀਡੀਓਜ਼ ਦਾ ਬੈਨੀਫਿਟ ਮਿਲ ਰਿਹਾ ਹੋਵੇਗਾ। ਤਾਂ ਲਾਸਟ ਕਲਾਸ ਦੇ ਵਿੱਚ ਆਪਾਂ ਗੱਲ ਕਰਿਆ ਸੀ, ਆਪਾਂ ਚਲਦੇ ਹੁਣ ਆਪਣੀ ਸਟੱਡੀ ਵੱਲ। ਤਾਂ ਲਾਸਟ ਕਲਾਸ ਦੇ ਵਿੱਚ ਆਪਾਂ ਗੱਲ ਕਰੀ ਸੀ ਵੀ ਆਪਾਂ ਕੀ ਕਰਨਾ ਹੈ, ਸਟਾਰਟ ਕੀਤਾ ਮੇਕਿੰਗ ਆਫ ਇੰਡੀਅਨ ਕੰਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕੀਤੀ ਸੀ ਉਹ ਆਪਾਂ ਗੱਲ ਕੀਤੀ ਵੀ ਕੰਸਟੀਟਿਊਐਂਟ ਅਸੈਂਬਲੀ ਬਣੀ। ਠੀਕ ਹੈ, ਹੁਣ ਜਿਹੜਾ ਹੈਗਾ ਨਾ ਮਤਲਬ ਆਪਣੇ ਸੰਵਿਧਾਨ ਨੂੰ ਜਨਮ ਦੇਣ ਵਾਲੀ ਜਿਹੜੀ ਮਾਂ ਹੈ ਉਹ ਕੌਣ ਹੈ? ਸੰਵਿਧਾਨ ਸਭਾ ਹੈ। ਠੀਕ ਹੈ, ਸੰਵਿਧਾਨ ਸਭਾ। ਹੁਣ ਜਿਵੇਂ ਕਿ ਫਾਦਰ ਆਫ ਇੰਡੀਅਨ ਕੰਸਟੀਟਿਊਸ਼ਨ ਕਿਹਨੂੰ ਕਹਿੰਦੇ ਨੇ? ਡਾਕਟਰ BR ਅੰਬੇਦਕਰ ਨੂੰ, ਜਿਹਨੂੰ ਆਪਾਂ ਬਾਬਾ ਸਾਹਿਬ ਅੰਬੇਦਕਰ ਵੀ ਕਹਿ ਦਈਏ। ਤਾਂ ਹੁਣ ਕੀ ਹੈ ਇਹਦੇ ਵਿੱਚ ਕੀ ਹੈ ਵੀ ਮਤਲਬ ਜਿਹੜੇ ਸੰਵਿਧਾਨ ਨੂੰ ਜਨਮ ਦੇਣ ਵਾਲੀ ਮਾਂ ਕਿਹੜੀ ਹੈ? ਉਹ ਹੈਗੀ ਹੈ ਸੰਵਿਧਾਨ ਸਭਾ, ਕੰਸਟੀਟਿਊਐਂਟ ਅਸੈਂਬਲੀ। ਠੀਕ ਹੈ, ਜਿਹਦੇ ਵਿੱਚ ਕੀ ਅਲੱਗ-ਅਲੱਗ ਮੈਂਬਰਸ ਜਿਹੜੇ ਹੈਗੇ ਸੀ, ਅਲੱਗ-ਅਲੱਗ ਮੈਂਬਰਸ ਜਿਹੜੇ ਹੈਗੇ ਸੀ ਉਹਨਾਂ ਨੇ ਕੀ ਹੈ ਆਦਰ ਜਿਹੜਾ ਹੈਗਾ ਯੋਗਦਾਨ ਦਿੱਤਾ। ਠੀਕ ਹੈ, ਆਪਣੇ ਫਰੀडम ਫਾਈਟਰਸ ਹੈਗੇ ਸੀ। ਠੀਕ ਹੈ, ਐਟਸੈਕਟਰਾ ਇਹ ਜਿਹੜੇ ਮੈਂਬਰਸ ਹੈਗੇ ਸੀ ਉਹ ਸਾਰਿਆਂ ਨੇ ਕੀ ਆਦਾ ਯੋਗਦਾਨ ਦਿੱਤਾ ਹੈ। ਤਾਂ ਆਈ ਹੋਪ ਗਾਈਜ਼ ਤੁਸੀਂ ਰੈਡੀ ਹੋ ਗਏ ਆਪਣੇ ਸੈਕਿੰਡ ਲੈਕਚਰ ਲਈ। ਫਸਟ ਲੈਕਚਰ ਦੇ ਵਿੱਚ ਆਪਾਂ ਇਹਦੇ ਬਾਰੇ ਬੇਸਿਕ ਗੱਲਾਂ ਵੀ ਕਰਤੀਆਂ ਸੀ ਅਤੇ ਇਹਦੇ ਫੀਚਰਸ ਬਾਰੇ ਵੀ ਗੱਲ ਕਰ ਰਹੀ ਸੀ। ਅੱਜ ਆਪਾਂ ਗੱਲ ਕਰਨੀ ਹੈ ਉਹ ਹੈ ਵਰਕਿੰਗ ਆਫ ਦਾ ਕੰਸਟੀਟਿਊਐਂਟ ਅਸੈਂਬਲੀ। ਵੀ ਕੰਸਟੀਟਿਊਐਂਟ ਅਸੈਂਬਲੀ ਦਾ ਵਰਕ ਕਿਵੇਂ, ਕੀ ਵਰਕ ਹੈਗਾ ਸੀ ਹੁੰਦਾ। ਠੀਕ ਹੈ, ਹੁਣ ਵਰਕਿੰਗ ਆਫ ਇੰਡੀਅਨ ਕੰਸਟੀਟਿਊਸ਼ਨ ਦੇ ਸਭ ਤੋਂ ਪਹਿਲਾ ਪੁਆਇੰਟ ਹੈਗਾ ਹੈ ਦ ਕੰਸਟੀਟਿਊਐਂਟ ਅਸੈਂਬਲੀ ਹੈਲਡ ਇਟਸ ਫਸਟ ਮੀਟਿੰਗ ਔਨ December 9th 1946। ਹੁਣ ਜਿਹੜੇ ਹੈਗੀ ਸੀ ਕੰਸਟੀਟਿਊਐਂਟ ਅਸੈਂਬਲੀ ਹੈਗੀ ਸੀ, ਸੰਵਿਧਾਨ ਸਭਾ ਹੈਗੀ ਸੀ, ਉਹਦੀ ਜਿਹੜੀ ਮੀਟਿੰਗ ਪਹਿਲੀ ਮੀਟਿੰਗ ਜਿਹੜੀ ਹੈਗੀ ਸੀ ਉਹ ਕਦੋਂ ਹੋਈ? ਪਹਿਲੀ ਬੈਠਕ ਕਦੋਂ ਹੋਈ? December 9 1946 ਦੇ ਵਿੱਚ ਹੋਈ। ਠੀਕ ਹੈ, ਦਿਸ ਮੀਟਿੰਗ ਵਾਸ ਬਾਈਕਾਟਡ ਬਾਈ ਮੁਸਲਿਮ ਲੀਗ ਬਿਕੋਜ਼ ਦੇ ਵਾਂਟ ਅ ਸੈਪਰੇਟ ਸਟੇਟ ਆਫ ਪਾਕਿਸਤਾਨ। ਠੀਕ ਹੈ, ਹੁਣ ਕੀ ਹੈ ਇਹ ਮੀਟਿੰਗ ਜਿਹੜੀ ਹੈਗੀ ਸੀ ਨਾ, ਜਿਹੜੀ ਪਹਿਲੀ ਮੀਟਿੰਗ ਹੈਗੀ ਸੀ ਮੁਸਲਿਮ ਲੀਗ ਨੇ ਇਹਨੂੰ ਬਾਈਕਾਟ ਕਰਤਾ। ਬਾਈਕਾਟ ਕਰਨ ਦਾ ਕਾਰਨ ਕੀ ਸੀ? ਕਿਉਂ? ਉਹ ਕਹਿੰਦੇ ਸੀ ਵੀ ਸਾਨੂੰ ਜਿਹੜਾ ਹੈਗਾ ਪਾਕਿਸਤਾਨ ਜਿਹੜਾ ਹੈਗਾ ਅਲੱਗ ਤੋਂ ਦੇਸ਼ ਚਾਹੀਦਾ। ਹਾਂ, ਬਾਅਦ 'ਚ ਜਿਹੜੀ ਹੈਗੀ ਪ੍ਰੋਵੀਜ਼ਨ ਜਿਹੜੀ ਹੈਗੀ ਪਾਸ ਹੋ ਗਈ ਸੀ, ਬਟ ਜਿਹੜੀ ਜਦੋਂ ਕੰਸਟੀਟਿਊਐਂਟ ਅਸੈਂਬਲੀ ਬਣੀ ਸੀ ਉਦੋਂ ਤੱਕ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਆਇਆ ਹੀ ਨਹੀਂ ਸੀ। ਠੀਕ ਹੈ, ਵੀ ਅਸੀਂ ਤੁਹਾਡੀ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਜਾਂ ਸੌਰੀ ਤੁਹਾਡਾ ਦੇਸ਼ ਜਿਹੜਾ ਹੈਗਾ ਅਲੱਗ ਤੋਂ ਬਣਾ ਦੇਵਾਂਗੇ। ਠੀਕ ਹੈ, ਪਾਕਿਸਤਾਨ ਨੂੰ ਅਲੱਗ ਤੋਂ ਬਣਾ ਦਿੱਤਾ ਜਾਏਗਾ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਵੇਗਾ। ਸੈਕਿੰਡ ਪੁਆਇੰਟ ਵਾਲਾ ਆਪਾਂ ਚੱਲਦੇ। ਸੈਕਿੰਡ ਪੁਆਇੰਟ ਦੀ ਗੱਲ ਕਰਦਾ ਦ ਮੀਟਿੰਗ ਵਾਜ਼ ਦਸ ਅਟੈਂਡਡ ਬਾਏ ਓਨਲੀ 211 ਮੈਂਬਰਸ। ਠੀਕ ਹੈ, 211 ਮੈਂਬਰਸ ਨੇ ਮੀਟਿੰਗ ਅਟੈਂਡ ਕੀਤੀ, ਜਦ ਕਿ ਟੋਟਲ ਸਟਰੈਂਥ ਕਿੰਨੀ ਸੀ? 389 ਹੈਗੀ ਸੀ। ਆਈ ਹੋਪ ਗਾਈਜ਼ ਜਿਨ੍ਹਾਂ ਨੇ ਕੱਲ੍ਹ ਲਾਸਟ ਕਲਾਸ ਲਗਾਈ ਸੀ ਪਰਸੋਂ ਦੀ, ਤਾਂ ਉਹਦੇ ਵਿੱਚ ਆਪਾਂ ਇਹ ਵੀ ਦੱਸਿਆ ਸੀ ਵੀ ਜਿਹੜਾ ਹੈਗਾ ਸੀ ਵੀ ਟੋਟਲ ਸਟਰੈਂਥ ਕਿੰਨੀ ਹੈਗੀ ਸੀ ਕੰਸਟੀਟਿਊਐਂਟ ਅਸੈਂਬਲੀ ਦੀ? ਉਹ ਹੈਗੀ ਸੀ 389। ਹੁਣ ਜਿਹਦੇ ਵਿੱਚ ਕਿ 211 ਮੈਂਬਰਸ ਨੇ ਕੀ ਸਿਰਫ ਮੀਟਿੰਗ ਅਟੈਂਡ ਕੀਤੀ। ਠੀਕ ਹੈ, ਡਾਕਟਰ ਸਚਿਦਾਨੰਦ ਸਿਨਹਾ ਦ ਓਲਡੈਸਟ ਮੈਂਬਰ ਵਾਜ਼ ਇਲੈਕਟਡ ਐਜ਼ ਦ ਟੈਂਪਰੇਰੀ ਪ੍ਰੈਜ਼ੀਡੈਂਟ ਆਫ ਦ ਅਸੈਂਬਲੀ। ਹੁਣ ਕੀ ਡਾਕਟਰ ਸਚਿਦਾਨੰਦ ਸਿਨਹਾ ਪਰਮਾਨੈਂਟ ਪ੍ਰੈਜ਼ੀਡੈਂਟ ਜਿਹੜੇ ਹੈਗੇ ਸੀ ਉਹ ਕਿਹਨੂੰ ਨਿਰਧਾਰਿਤ ਕੀਤਾ ਗਿਆ? ਡਾਕਟਰ ਰਾਜਿੰਦਰ ਪ੍ਰਸਾਦ। ਬਟ ਕਿਸੇ ਕਾਰਨਵਸ਼ ਕਿ ਉਹ ਜਿਹੜੇ ਹੈਗੇ ਉਸ ਮੀਟਿੰਗ 'ਚ ਹਾਸਿਲ ਨਹੀਂ, ਮਤਲਬ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ, ਉਹਦੇ ਸ਼ਾਮਿਲ ਨਹੀਂ ਹੋ ਸਕੇ। ਇਸ ਕਰਕੇ ਕੀ ਇਹ ਸਭ ਤੋਂ ਬਜ਼ੁਰਗ ਮਤਲਬ ਕਿ ਸਭ ਤੋਂ ਐਕਸਪੀਰੀਅੰਸ ਵਾਲੇ ਪਰਸਨ ਨੂੰ ਕੀ ਜਿਹੜਾ ਹੈਗਾ ਇਸ ਪ੍ਰੈਜ਼ੀਡੈਂਸੀ ਦਿੱਤੀ ਗਈ ਇੱਕ ਦਿਨ ਲਈ, ਕਿੰਨੇ ਵੀ ਦਿਨ ਦੀ ਮਤਲਬ ਉਸ ਟਾਈਮ ਦੀ ਉਸ ਮੀਟਿੰਗ ਦੀ। ਉਹ ਹੈਗੇ ਸੀ ਡਾਕਟਰ ਸਚਿਦਾਨੰਦ ਸਿਨਹਾ। ਡਾਕਟਰ ਸਚਿਦਾਨੰਦ ਸਿਨਹਾ ਸੀ ਜਿਹੜੇ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਹੈਗੇ ਸੀ ਕੰਸਟੀਟਿਊਐਂਟ ਅਸੈਂਬਲੀ ਦੇ। ਉਹਨਾਂ ਦੀ ਫਸਟ ਮੀਟਿੰਗ ਦੀ ਜਿਹੜੀ ਕਿ 9 December 1946 ਨੂੰ ਹੈਲਡ ਕੀਤੀ ਗਈ, ਬਣਾਈ। ਠੀਕ ਹੈ, ਹੁਣ ਕੀ ਹੈ ਇਸ ਤੋਂ ਬਾਅਦ ਆਪਾਂ ਨੈਕਸਟ ਪੁਆਇੰਟ ਵੱਲ ਵੱਧਦੇ ਹਾਂ। ਬਟ ਲੇਟਰ ਔਨ ਡਾਕਟਰ ਰਾਜਿੰਦਰ ਪ੍ਰਸਾਦ ਵਾਜ਼ ਇਲੈਕਟਡ ਐਜ਼ ਦ ਪ੍ਰੈਜ਼ੀਡੈਂਟ ਆਫ ਦ ਅਸੈਂਬਲੀ। ਠੀਕ ਹੈ, ਬਾਅਦ 'ਚ ਜਿਹੜਾ ਹੈਗਾ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਕੀ ਹੈ ਪ੍ਰੈਜ਼ੀਡੈਂਟ ਬਣਾਇਆ ਗਿਆ ਅਸੈਂਬਲੀ ਦਾ। ਠੀਕ ਹੈ, ਮਤਲਬ ਕੀ ਹੈ ਸੰਸਦ ਦਾ। ਠੀਕ ਹੈ, ਇਸ ਹਿਸਾਬ ਨਾਲ ਦ ਅਸੈਂਬਲੀ ਵਾਜ਼ ਅ ਟਵਾਈਸ ਪ੍ਰੈਜ਼ੀਡੈਂਟ। ਠੀਕ ਹੈ, ਅਸੈਂਬਲੀ ਦੇ ਕਿ ਦੋ ਜਿਹੜੇ ਹੈਗੇ ਸੀ ਵਾਈਸ ਪ੍ਰੈਜ਼ੀਡੈਂਟ ਹੈਗੇ ਸੀ, ਦੋ ਵਾਈਸ ਪ੍ਰੈਜ਼ੀਡੈਂਟ ਹੈਗੇ ਸੀ। ਇੱਕ HC ਮੁਖਰਜੀ ਸੀ, ਇੱਕ ਹੋਰ ਕੌਣ ਸੀ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਜਿਹੜਾ ਹੈਗਾ ਓਬਜੈਕਟਿਵ ਰੈਜ਼ੋਲਿਊਸ਼ਨ। ਇੱਕ ਚੀਜ਼ ਆਉਂਦੀ ਹੈ ਜਿਹਨੂੰ ਆਪਾਂ ਕਹਿ ਦਈਏ ਓਬਜੈਕਟਿਵ ਰੈਜ਼ੋਲਿਊਸ਼ਨ। ਠੀਕ ਹੈ, ਹੁਣ ਇਹ ਓਬਜੈਕਟਿਵ ਰੈਜ਼ੋਲਿਊਸ਼ਨ ਹੈ ਕੀ? ਇਹਦੇ ਵਿੱਚ ਕੀ ਹੈਗਾ ਸੀ? ਇਹ ਓਬਜੈਕਟਿਵ ਰੈਜ਼ੋਲਿਊਸ਼ਨ ਇੱਕ ਸਪੀਚ ਸੀ ਜਿਹੜੀ ਕੀ ਹੈ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਹੈਗੇ ਸੀ ਨਾ, ਮਤਲਬ ਕਿ ਇਹ ਜਿਹੜੀ ਹੈਗੀ ਸੀ ਮਤਲਬ ਇਹ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀ ਜਿਹੜੀ ਹੈਗੀ ਸੀ ਇੱਕ ਆਦੀ ਸਪੀਚ ਦਿੱਤੀ ਸੀ। ਓਬਜੈਕਟਿਵ ਰੈਜ਼ੋਲਿਊਸ਼ਨ ਕੀ ਹੈ ਇਹਦੇ ਬਾਰੇ ਆਪਾਂ ਜਾਣਦੇ ਹੈਗੇ। ਦ ਫਿਲੋਸਫੀ ਅੰਡਰਲਾਈਂਗ ਦ ਇੰਡੀਅਨ ਕੰਸਟੀਟਿਊਸ਼ਨ ਵਾਜ਼ ਰਿਪਰੈਜ਼ੈਂਟਡ ਇਨ ਦ ਓਬਜੈਕਟਿਵ ਰੈਜ਼ੋਲਿਊਸ਼ਨ। ਹੁਣ ਜਿਹੜੀ ਫਿਲੋਸਫੀ ਜਿਹੜਾ ਮਤਲਬ ਕੀ ਹੁਣ ਕੀ ਇੰਡੀਅਨ ਕੰਸਟੀਟਿਊਸ਼ਨ ਕਿਹੜੇ ਜਿਹੜੇ ਹੈਗੇ
मतलब ਕੀ ਹੈ ਹੋਣਗੇ ਰੂਲਸ ਹੋਣਗੇ, ਰੈਗੂਲੇਸ਼ਨਸ ਹੋਣਗੇ, ਜੋ ਕੁਛ ਵੀ ਹੈ ਨਾ, ਜੋ ਵੀ ਚੀਜ਼ਾਂ ਐਡ ਕੀਤੀਆਂ ਜਾਣਗੀਆਂ ਉਹ ਕਿ ਲੋਕਤੰਤਰ ਸਾਡਾ ਦੇਸ਼ ਹੋਏਗਾ, ਸਾਡਾ ਦੇਸ਼ ਧਰਮ ਨਿਰਪੇਖ ਹੋਏਗਾ, ਠੀਕ ਹੈ, ਸੁਤੰਤਰ ਹੋਏਗਾ, ਗਣਰਾਜ ਹੋਏਗਾ, ਐਕਸੈਕਟਰਾ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਹੈਗੇ ਸੀ ਇਹ ਸਾਰੇ ਕੀ ਮਤਲਬ ਉਹਨਾਂ ਨੇ ਪਹਿਲਾਂ ਕੀ ਜਿਹੜਾ ਇੱਕ ਨਾ ਆਪਦੀ ਸਪੀਚ ਦੇ ਵਿੱਚ ਬੋਲੇ ਸੀ, ਵਿਚ ਵਾਜ਼ ਰਿਮੂਵਡ ਇਨ ਦਾ ਫਸਟ ਸੈਸ਼ਨ ਆਫ ਕੰਸਟੀਟਿਊਂਟ ਅਸੈਂਬਲੀ। ਪਹਿਲੇ ਸੈਸ਼ਨ ਦੇ ਵਿੱਚ, ਮੀਟਿੰਗ ਦੀ ਨਹੀਂ ਗੱਲ ਕਰਦੇ, ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਬੋਲੀ ਸੀ 3 ਦਸੰਬਰ 1946 ਦੇ ਵਿੱਚ ਜਿਹੜੀ ਇਹ ਸਪੀਚ ਬੋਲੀ ਗਈ ਕਿਹਨਾਂ ਦੁਆਰਾ, ਪੰਡਿਤ ਜਵਾਹਰ ਲਾਲ ਨਹਿਰੂ, ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਿਹੜੇ ਜਿਨ੍ਹਾਂ ਨੇ ਇਹ ਸਪੀਚ ਬੋਲੀ ਸੀ ਤੇ 1947 ਵਿੱਚ ਇਹ ਸਪੀਚ ਨੂੰ ਜਿਹੜਾ ਹੈਗਾ ਮੰਨ ਲਿਆ ਗਿਆ, ਠੀਕ ਹੈ। ਕਿਵੇਂ ਮੰਨਿਆ ਗਿਆ ਇਹਨੂੰ, ਕਿ ਹੁਣ ਜਿਹੜਾ ਹੈਗਾ ਇਹਨੂੰ ਥੋੜੀ ਚੇਂਜਸ ਕਰਕੇ ਇਹਨੂੰ ਇਵੋਲਵਡ ਜਿਹੜਾ ਹੈਗਾ ਸੀ ਨਾ ਇਹਦਾ ਹੁਣ ਵਰਜ਼ਨ ਹੈਗਾ, ਇਹਨੂੰ ਆਪਾਂ ਕੀ ਕਹਿ ਦਈਏ, ਪ੍ਰੀਐਂਬਲ ਕਹਿ ਦਈਏ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਪਤਾ ਲੱਗ ਗਿਆ ਹੋਵੇਗਾ ਪ੍ਰੀਐਂਬਲ ਮਤਲਬ ਪ੍ਰਸਤਾਵਨਾ। ਹੁਣ ਓਬਜੈਕਟਿਵ ਰੈਜ਼ੋਲੂਸ਼ਨ ਦੇ ਕੁਝ ਜਿਹੜੇ ਹੈਗੇ ਸੀ ਓਬਜੈਕਟਿਵ ਵੀ ਹੈਗੇ ਸੀ, ਮਤਲਬ ਕਿ ਉਹਦੇ ਕੁਝ ਫੀਚਰਸ ਵੀ ਹੈਗੇ ਸੀ। ਹੁਣ ਕੀ ਇਹਦੇ ਇੰਪੋਰਟੈਂਟ ਫੀਚਰ ਸੀ ਆਪਾਂ ਉਹਦੇ ਬਾਰੇ ਗੱਲ ਕਰਨੇ। ਸਭ ਤੋਂ ਪਹਿਲਾ ਇੰਪੋਰਟੈਂਟ ਫੀਚਰ ਹੈਗਾ ਸੀ ਇੰਡੀਆਜ਼ ਏਮ ਟੂ ਬੀ ਅ ਡੈਮੋਕ੍ਰੈਟਿਕ ਐਂਡ ਸੋਵਰਨ ਕੰਟਰੀ, ਠੀਕ ਹੈ। ਇੰਡੀਆ ਕੀ ਬਣੇਗਾ, ਇੰਡੀਆ ਦਾ ਏਮ ਕੀ ਹੈਗਾ, ਡੈਮੋਕ੍ਰੈਟਿਕ ਤੇ ਸੋਵਰਨ ਕੰਟਰੀ ਹੋਣਾ। ਡੈਮੋਕ੍ਰੈਟਿਕ ਦਾ ਮਤਲਬ ਕੀ ਹੈਗਾ, ਲੋਕਤੰਤਰਿਕ, ਜਿੱਥੇ ਕਿ ਲੋਕਾਂ ਦਾ ਰਾਜ ਹੋਵੇ, ਲੋਕਾਂ ਦੇ ਦੁਆਰਾ ਚੁਣੀ ਗਈ ਸਰਕਾਰ ਹੋਵੇ ਤੇ ਲੋਕਾਂ ਦੀ ਸਰਕਾਰ ਜਿਹੜੀ ਹੈ ਲੋਕਾਂ ਦੇ ਜਨਹਿਤ ਵਾਸਤੇ ਹੀ ਕੰਮ ਕਰੇ, ਠੀਕ ਹੈ। ਇਹ ਨਹੀਂ ਵੀ ਉਹ ਆਪਦੇ ਬੈਨੀਫਿਟਸ ਵਾਸਤੇ ਕੰਮ ਕਰੇ, ਲੋਕਾਂ ਦੀ ਭਲਾਈ ਲਈ ਕੰਮ ਕਰੇ, ਦੇਸ਼ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜਾ ਦੇਸ਼ ਦੀ ਸਹਾਇਤਾ ਕਰੇ, ਇਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ, ਇਹਨੂੰ ਡੈਮੋਕ੍ਰੈਟਿਕ ਕਹਿ ਦਈਏ। ਹੁਣ ਸੋਵਰਨ ਕੀ ਹੁੰਦਾ, ਸੋਵਰਨ ਦਾ ਮਤਲਬ ਹੁੰਦਾ ਜਿਹੜੀ ਆਪਾਂ ਕਹਿ ਦਈਏ ਵੀ ਇੱਕ ਬਿਲਕੁਲ ਜਿਹੜੀ ਸੁਤੰਤਰ ਸਰਕਾਰ ਹੋਵੇ, ਜਿਹੜੀ ਨਾ ਤਾਂ ਉਹਨੂੰ ਕੀ ਹੈ ਦੇਸ਼ ਦੇ ਵਿੱਚ ਜਿਹੜੇ ਕੁਛ ਇਸ ਤਰ੍ਹਾਂ ਦੇ ਪਾਰਟੀਜ਼ ਹੁੰਦੀਆਂ ਨੇ ਜਾਂ ਫਿਰ ਇਸ ਤਰ੍ਹਾਂ ਦੇ ਗਰੁੱਪ ਹੁੰਦੇ ਨੇ ਜਿਹੜੇ ਕੀ ਹੈ ਪੋਲੀਟੀਕਲ ਪਾਰਟੀਜ਼ ਨੂੰ ਜਾਂ ਫਿਰ ਗਵਰਨਮੈਂਟ ਨੂੰ ਕੀ ਹੈ ਇਲੀਗਲ ਵਰਕਸ ਵਾਸਤੇ ਕਿ ਉਹਨਾਂ ਨੂੰ ਕੀ ਜਿਹੜੇ ਪੁਸ਼ ਕਰਦੀ ਹੈ, ਨਾ ਤਾਂ ਉਹਨਾਂ ਤੋਂ ਇਨਫਲੂਐਂਸ ਹੋਵੇ ਤੇ ਨਾ ਹੀ ਕਿ ਫੋਰਨ ਕੋਈ ਵੀ ਕੰਟਰੀ ਹੈਗੀ, ਚਾਹੇ ਕੋਈ ਮਰਜ਼ੀ ਕੰਟਰੀ ਹੈਗੀ, ਵੱਡੀ ਤੋਂ ਵੱਡੀ ਕੰਟਰੀ ਨੂੰ ਵੀ ਕੀ ਜਿਹੜਾ ਹੈਗਾ ਆਦੇ ਸਟੈਂਡ 'ਤੇ ਕੀ ਉਹ ਖੜੇ ਰਹਿਣ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਗੱਲ ਦਾ ਨਾ ਮੰਨਣ, ਜੋ ਉਹਨਾਂ ਨੂੰ ਸਹੀ ਲੱਗਦਾ ਉਹ ਆਦੀ ਅਕੋਰਡਿੰਗਲੀ ਕਰਨ, ਉਹ ਕੀ ਹੈ ਸੋਵਰਨਿਟੀ ਕੀ ਹੈ, ਠੀਕ ਹੈ। ਇਹਦਾ ਮਤਲਬ ਕੀ ਹੈ ਵੀ ਆਪਾਂ ਜਿਹੜੇ ਹੈਗੇ ਇੰਡੀਪੈਂਡੈਂਟ ਹੈਗੇ ਪੂਰੀ ਤਰ੍ਹਾਂ, ਇਹ ਜਿਹੜਾ ਹੈਗਾ ਡੈਮੋਕ੍ਰੇਸੀ ਵਾਸਤੇ ਸੋਵਰਨਿਟੀ ਹੋਣੀ ਬਹੁਤ ਜ਼ਰੂਰੀ ਹੈ। ਆਈ ਹੋਪ ਗਾਈਜ਼ ਤੁਸੀਂ ਸਮਝ ਗਏ ਹੋ। ਸੈਕਿੰਡ ਪੁਆਇੰਟ ਆਪਾਂ ਗੱਲ ਕਰਦੇ, ਸੈਕਿੰਡ ਪੁਆਇੰਟ ਦੀ, ਦਾ ਰਿਪਬਲਿਕ ਟੂ ਹੈਵ ਫੈਡਰਲ ਫਾਰਮ ਆਫ ਗਵਰਨਮੈਂਟ, ਪਾਵਰ ਡਿਸਟਰੀਬਿਊਸ਼ਨ ਬਿਟਵੀਨ ਸੈਂਟਰ ਐਂਡ ਸਟੇਟਸ, ਠੀਕ ਹੈ। ਹੁਣ ਪਬਲਿਕ ਜਿਹੜਾ ਹੈਗਾ ਰਿਪਬਲਿਕ ਹੋਣਾ ਚਾਹੀਦਾ, ਠੀਕ ਹੈ, ਜਿਹਨੂੰ ਆਪਾਂ ਗਣਰਾਜ ਕਹਿ ਦਈਏ। ਟੂ ਹੈਵ ਅ ਫੈਡਰਲ ਫਾਰਮ ਆਫ ਗਵਰਨਮੈਂਟ ਮਤਲਬ ਕਿ ਦੋ ਤਰ੍ਹਾਂ ਦੀ ਸਰਕਾਰ, ਦੋ ਸਰਕਾਰ ਹੋਣ, ਇੱਕ ਕੀ ਸੈਂਟਰ ਲੈਵਲ 'ਤੇ ਹੋਵੇ, ਇੱਕ ਕੀ ਸਟੇਟ ਲੈਵਲ 'ਤੇ ਹੋਵੇ, ਦੋ ਲੈਵਲ 'ਤੇ ਸਰਕਾਰ ਹੋਵੇ, ਸੈਂਟਰ ਤੇ ਸਟੇਟ ਲੈਵਲ 'ਤੇ, ਠੀਕ ਹੈ। ਇਹਨੂੰ ਕੀ ਫੈਡਰਲ ਗਵਰਨਮੈਂਟ ਕਹਿ ਜਾਂਦੇ। ਤੇ ਡਿਸਟਰੀਬਿਊਸ਼ਨ ਆਫ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟ, ਠੀਕ ਹੈ, ਸ਼ਕਤੀਆਂ ਦੀ ਵੰਡ ਹੋਵੇ। ਸ਼ਕਤੀਆਂ ਦੀ ਵੰਡ ਮਤਲਬ ਇਹ ਹੈ ਵੀ ਹੁਣ ਕੀ ਸਾਰੀਆਂ ਸ਼ਕਤੀਆਂ ਕੀ ਸੈਂਟਰ ਨੂੰ ਨਾ ਦਿੱਤੀਆਂ ਹੋਣ ਜਾਣ, ਵੀ ਇਕੱਲੇ ਉਹੀ ਆਦੇ ਜਿਹੜੇ ਹੈਗਾ ਸਟੇਟ ਨੂੰ ਆਦੇ ਅਕੋਰਡਿੰਗਲੀ ਚਲਾਈ ਜਾਵੇ, ਠੀਕ ਹੈ। ਸਟੇਟ ਗਵਰਨਮੈਂਟ ਦੇ ਕੋਈ ਪਾਵਰ ਹੀ ਨਾ ਰਹੇ ਤੇ ਨਾ ਹੀ ਕੀ ਹੈ ਜਿਹੜਾ ਹੈਗਾ ਸਟੇਟ ਗਵਰਨਮੈਂਟ ਨੂੰ ਇੰਨੀਆਂ ਪਾਵਰ ਦਿੱਤੀਆਂ ਗਈਆਂ ਵੀ ਉਹ ਆਦੀ ਮਰਜ਼ੀ ਨਾਲ ਕੀ ਹੈ ਵੀ ਆਦੀ ਸਟੇਟ ਨੂੰ ਚਲਾਏ, ਤੇ ਜੇ ਉਹਨੂੰ ਲੱਗੇ ਵੀ ਅਸੀਂ ਜਿਹੜਾ ਹੈਗਾ ਅਲੱਗ ਚੇਂਜ ਵੀ ਆਦਾ ਜਿਹੜਾ ਸਟੇਟ ਬਣਾਉਣਾ ਚਾਹੁੰਦੇ, ਕੰਟਰੀ ਬਣਾਉਣਾ ਚਾਹੁੰਦੇ ਤਾਂ ਆਦਾ ਬਣਾ ਲਈ, ਠੀਕ ਹੈ। ਮਤਲਬ ਕਿ ਪਾਵਰਸ ਨੂੰ ਡਿਸਟਰੀਬਿਊਟ ਕੀਤਾ ਗਿਆ, ਉਹਨਾਂ ਨੂੰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਉਹਨਾਂ ਦੀ ਰਿਕੁਆਇਰਮੈਂਟਸ ਦੇ ਅਕੋਰਡਿੰਗ, ਵੀ ਇੱਥੋਂ ਤੱਕ ਜਿਹੜੀ ਹੈਗੀ ਨਾ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਤੇ ਆਹੀ ਤੋਂ ਇਹਨਾਂ ਨੂੰ ਸ਼ਕਤੀਆਂ ਪ੍ਰੋਵਾਈਡ ਕਰਦੇ ਆ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਨੈਕਸਟ ਪੁਆਇੰਟ 'ਤੇ ਆਪਾਂ ਵੱਧਦੇ ਹਾਂ। ਥਰਡ ਪੁਆਇੰਟ ਕੀ ਕਰਦਾ, ਗੱਲ ਕਰਦਾ ਟੂ ਪ੍ਰੋਵਾਈਡ ਫॉर ਫਰੀडम ਆਫ ਥੋਟ, ਠੀਕ ਹੈ। ਹੁਣ ਕਿ ਉਹਨਾਂ ਨੂੰ ਜਿਹੜਾ ਹੈਗਾ ਥੋਟ ਮਤਲਬ ਕਿ ਵਿਚਾਰ ਦੀ ਸ਼ਕਤੀ ਦੇਣਾ, ਵੀ ਉਹਨਾਂ ਨੂੰ ਕਿ ਕੋਈ ਵੀ ਵਿਚਾਰ ਜਿਹੜਾ ਚਾਹੁੰਦੇ ਨੇ ਮਤਲਬ ਕਿ ਦੇਸ਼ ਦੇ ਖਿਲਾਫ ਨਾ ਹੋਵੇ ਤੇ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਡੈਰੋਗੇਟਰੀ ਐਕਟੀਵਿਟੀ ਨਾ ਹੋਵੇ। ਬਾਕੀ ਕਿਵੇਂ ਮਰਜ਼ੀ ਕੋਈ ਵੀ ਸੋਚ ਸਕਦੇ ਨੇ ਵੀ ਅਸੀਂ ਫਲਾਣਾ ਬਿਜ਼ਨਸ ਕਰਨਾ, ਅਸੀਂ ਆਹ ਕੰਮ ਕਰਨਾ, ਅਸੀਂ ਸਟੱਡੀ ਕਰਨੀ ਅੱਗੇ ਜਾਂ ਕੁਛ ਵੀ ਕਰਨਾ ਹੈਗਾ, ਉਹ ਉਹਨਾਂ ਨੂੰ ਕਿ ਫਰੀडम ਥੋਟ ਹੈਗਾ, ਠੀਕ ਹੈ। ਕਿਸੇ ਰਿਲੀਜਨ ਦੇ ਬਿਹਾਫ 'ਤੇ ਆਪਾਂ ਗੱਲ ਕਰਨੀ ਹੈ ਬਟ ਉਹਨਾਂ ਦੇ ਐਂਟੀ ਨਹੀਂ ਜਾਣਾ, ਜਿਹੜਾ ਕੀ ਹੈ ਆਪਣੇ ਪਬਲਿਕ ਆਰਡਰ ਨੂੰ ਜਿਹੜਾ ਹੈਗਾ ਖ਼ਰਾਬ ਕਰੇ, ਉਹ ਨਹੀਂ ਹੋਣਾ ਚਾਹੀਦਾ। ਬਾਕੀ ਥੋਟ ਕਿਸ ਤਰ੍ਹਾਂ ਦੀ ਮਰਜ਼ੀ ਲੈ। ਐਕਸਪ੍ਰੈਸ਼ਨ ਦਾ ਮਤਲਬ ਕਿ ਆਪਾਂ ਕਿਸੇ ਕੰਮ ਨੂੰ ਵਰਕ ਕਰਦੇ ਉਹਨੂੰ ਆਪਾਂ ਐਕਸਪ੍ਰੈਸ ਹੀ ਕਰੀਏ ਇੱਕ ਹਿਸਾਬ ਨਾਲ, ਠੀਕ ਹੈ। ਤਾਂ ਆਪਾਂ ਐਕਸਪ੍ਰੈਸ ਜੋ ਵੀ ਕਰਨਾ, ਜੋ ਵੀ ਆਪਾਂ ਐਕਸਪ੍ਰੈਸ਼ਨਸ ਹੈਗੇ ਨੇ ਉਹ ਆਪਾਂ ਆਦੇ ਅਕੋਰਡਿੰਗਲੀ ਜਿਹੜਾ ਹੈਗਾ ਕਰ ਸਕਦੇ। ਹੁਣ ਬਿਲੀਵ ਮਤਲਬ ਕਿ ਆਦੇ ਜਿਹੜੇ ਹੈਗੇ ਨੇ ਆਪਾਂ ਕਿਸੇ ਚੀਜ਼ ਨੂੰ ਮੰਨਣਾ, ਤਾਂ ਬਿਲੀਵ ਨੂੰ ਵੀ ਆਪਾਂ ਕੀ ਕਰ ਸਕਦੇ ਮਤਲਬ ਆਦੀ ਅਕੋਰਡਿੰਗਲੀ ਆਦੀ ਮਰਜ਼ੀ ਨਾਲ ਕੀ ਹੈ ਕਿਸੇ ਵੀ ਧਰਮ ਨੂੰ ਮੰਨਣਾ ਹੈ, ਕਿਸੇ ਵੀ ਆਪਾਂ ਗੁਰੂ ਨੂੰ ਮੰਨਣਾ ਜਾਂ ਕਿਸੇ ਨੂੰ ਮੰਨਣਾ, ਆਪਾਂ ਕੀ ਆ ਉਹਦੇ ਵਿੱਚ ਵਿਸ਼ਵਾਸ ਰੱਖਦੇ। ਫੇਥ, ਵਰਸ਼ਿਪ, ਐਸੋਸੀਏਸ਼ਨ ਐਂਡ ਐਕਸ਼ਨ, ਇਹ ਸਾਰੇ ਕੀ ਜਿਹੜੇ ਹੈਗੇ ਨੇ ਡੈਮੋਕ੍ਰੇਸੀ ਜਾਂ ਫਿਰ ਓਬਜੈਕਟਿਵ ਰੈਜ਼ੋਲੂਸ਼ਨ ਦੇ ਜਿਹੜੇ ਹੈਗੇ ਨੇ ਇਹ ਜਿਹੜੇ ਪੁਆਇੰਟਸ ਹੈਗੇ ਨੇ, ਇਹ ਜਿਹੜੇ ਹੈਗੇ ਮੇਨ ਜਿਹੜੇ ਹੈਗੇ ਨੇ ਚੀਜ਼ਾਂ ਹੈਗੀਆਂ ਜਿਹੜੀ ਕਿ ਉਹਦੇ ਵਿੱਚ ਹੈਗੀ ਸੀ ਓਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਹੈਗੀ ਸੀ। ਅੱਗੇ ਫੋਰਥ ਪੁਆਇੰਟ ਦੀ ਗੱਲ ਕਰਦੇ। ਫੋਰਥ ਪੁਆਇੰਟ ਕੀ ਕਹਿੰਦਾ, ਟੂ ਪ੍ਰੋਵਾਈਡ ਐਡੂਕੇਟ ਸੇਫਗਾਰਡਸ ਫॉर ਮਾਈਨੋਰਿਟੀਜ਼ ਐਂਡ ਪੀਪਲ ਫਰੋਮ ਬੈਕਵਰਡ ਐਂਡ
ਟੈਰੀਬਲ ਏਰੀਆਜ਼। ਹੁਣ ਮਤਲਬ ਕਿ ਟੂ ਪ੍ਰੋਵਾਈਡ ਐਡਵੋਕੇਟ ਮਤਲਬ ਜ਼ਰੂਰੀ ਸੇਫਗਾਰਡਸ, ਮਤਲਬ ਕਿ ਉਹਨਾਂ ਬਚਾਅ ਦੇ ਜਿਹੜੇ ਹੈਗੇ ਨੇ ਉਹਨਾਂ ਤੱਤ ਨੇ ਬਚਾਅ ਦੇ ਵਾਸਤੇ ਉਹਨਾਂ ਨੂੰ ਕੀ ਸੇਫਗਾਰਡਸ ਦੇਣੀਆਂ। ਫੋਰ ਮਾਈਨੋਰਿਟੀ ਉਹ ਹੁੰਦੇ ਨੇ ਜਿਹੜੇ ਕਿ ਬਹੁਤ ਘੱਟ ਲਘੂ ਜਿਹੜੇ ਹੈਗੇ ਨੇ ਲਘੂ ਜਨ ਹਿੱਤ ਹੁੰਦੇ ਨੇ ਲੋਕ ਜਿਨ੍ਹਾਂ ਦੀ ਪੋਪੂਲੇਸ਼ਨ ਬਹੁਤ ਘੱਟ ਹੁੰਦੀ ਹੈ, ਠੀਕ ਹੈ, ਜਾਂ ਫਿਰ ਉਹ ਇਨਫੀਰੀਅਰ ਹੁੰਦੇ ਨੇ। ਅਤੇ ਜਿਹੜੇ ਹੋਰ ਕੀ ਹੈਗੇ ਨੇ ਪੀਪਲ ਫਰੋਮ ਬੈਕਵਰਡ ਐਂਡ ਟੈਰੀਬਲ ਏਰੀਆਜ਼, ਠੀਕ ਹੈ। ਬੈਕਵਰਡ ਉਹ ਇਲਾਕਾ ਹੁੰਦਾ ਜਿੱਥੇ ਨਾ ਤਾਂ ਉੱਥੇ ਕਿ ਐਜੂਕੇਸ਼ਨ ਡਿਵੈਲਪਮੈਂਟ ਹੋਵੇ, ਨਾ ਤਾਂ ਕਿ ਉਹਨਾਂ ਦੇ ਇੰਡਸਟਰੀਅਲ ਸੈਕਟਰ ਇੰਨਾ ਡਿਵੈਲਪ ਹੋਇਆ ਹੋਵੇ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਕਿ ਉਹਨਾਂ ਨੂੰ ਕੀ ਐਡਵੋਕੇਟ ਸੇਫਗਾਰਡਸ ਪ੍ਰੋਵਾਈਡ ਕਰਨੀਆਂ ਜਿਹੜੀ ਕਿ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੀ ਸਹਾਇਤਾ ਦੇ ਸਕਣ। ਤਾਂ ਇਹ ਉਹਨਾਂ ਨੂੰ ਕੀ ਸੇਫਗਾਰਡਸ ਪ੍ਰੋਵਾਈਡ ਕਰਨੀਆਂ। ਅੱਗੇ ਜਿਹੜਾ ਕਿ ਲਾਸਟ ਪੁਆਇੰਟ ਮੋਸਟ ਇੰਪੋਰਟੈਂਟ ਪੁਆਇੰਟ ਹੈਗਾ ਉਹ ਕੀ ਹੈ, ਟੂ ਅਟੇਨ ਅ ਰਾਈਟਫੁਲ ਐਂਡ ਓਨਰਡ ਪਲੇਸ ਐਂਡ ਵਰਲਡਸ ਕੰਟਰੀਬਿਊਟ ਟੂ ਅ ਪ੍ਰਮੋਸ਼ਨ ਆਫ ਵਰਲਡਸ ਪੀਸ ਐਂਡ ਵੈਲਫੇਅਰ ਆਫ ਮੈਨਕਾਈਂਡ। ਹੁਣ ਮਤਲਬ ਕੀ ਇਹਦੇ ਵਿੱਚ ਕਹਿਣਾ ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਵੀ ਅਟੇਨ ਕਰਨਾ ਰਾਈਟਫੁਲ ਮਤਲਬ ਆਪਾਂ ਸਹੀ ਓਨਰਡ ਪਲੇਸ ਆਪਾਂ ਪੂਰੇ ਵਰਲਡ ਲੈਵਲ 'ਤੇ ਆਦੀ ਓਨਰਡ ਆਪਾਂ ਪਲੇਸ ਜਿਹੜੀ ਹੈ ਉਹਨੂੰ ਹਾਸਲ ਕਰਨਾ ਵੀ ਆਪਾਂ ਨੂੰ ਕੀ ਇੱਕ ਇੱਜ਼ਤ ਵਾਲੀ ਪਲੇਸ ਮਿਲੇ। ਐਂਡ ਅਟੇਨ ਪ੍ਰਮੋਸ਼ਨ ਆਫ ਦਾ ਵਰਲਡ ਪੀਸ, ਠੀਕ ਹੈ। ਇੱਕ ਤਾਂ ਆਪਾਂ ਕੀ ਓਨਰਡ ਪਲੇਸ ਜਿਹੜੀ ਹੈਗੀ ਆਪਾਂ ਹਾਸਲ ਕਰਨੀ, ਦੂਸਰਾ ਕੀ ਪ੍ਰਮੋਸ਼ਨ ਆਫ ਵਰਲਡ ਪੀਸ, ਪੂਰੇ ਵਿਸ਼ਵ ਸ਼ਾਂਤੀ ਵੱਲ ਆਪਾਂ ਕੀ ਜਿਹੜਾ ਹੈਗਾ ਵਧਣਾ ਹੈ, ਠੀਕ ਹੈ। ਇਹ ਸਿਰਫ ਇੰਡੀਆ ਦਾ ਹੀ ਕਨਸਟੀਟਿਊਸ਼ਨ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਸ਼ਾਂਤੀ ਵੱਲ ਵਰਲਡ ਦੀ ਸੰਸਾਰ ਦੀ ਸ਼ਾਂਤੀ ਵੱਲ ਆਪਾਂ ਜਿਹੜਾ ਵਧਣਾ ਹੈਗਾ। ਤਾਂ ਇਹ ਜਿਹੜਾ ਹੈਗਾ ਓਬਜੈਕਟਿਵ ਰੈਜ਼ੋਲੂਸ਼ਨ ਦੇ 5 ਜਿਹੜੇ ਇੰਪੋਰਟੈਂਟ ਹੋਰ ਵੀ ਹੈਗੇ ਸੀ ਪੁਆਇੰਟਸ, 2-3 ਹੋਰ ਪੁਆਇੰਟ ਵੀ ਹੈਗੇ ਨੇ, ਬਟ ਮੋਸਟ ਇੰਪੋਰਟੈਂਟ ਪੁਆਇੰਟਸ ਜਿਹੜੇ ਹੈਗੇ ਸੀ ਉਹ ਆਪਾਂ ਜਿਹੜੇ ਹੈਗੇ ਨੇ 5 ਹੀ ਹੈਗੇ ਨੇ, ਅਤੇ ਉਹਨਾਂ ਨੂੰ ਆਪਾਂ ਕਵਰ ਕਰ ਲਿਆ। ਆਈ ਹੋਪ ਗਾਈਜ਼ ਤੁਹਾਨੂੰ ਸਮਝ ਲੱਗ ਗਿਆ। ਹੁਣ ਇਹਨਾਂ ਦੇ ਬੇਸਿਸ 'ਤੇ ਹੀ ਆਪਣੇ ਜਿਹੜਾ ਹੈਗਾ ਪ੍ਰੀਐਂਬਲ ਬਣਿਆ, ਠੀਕ ਹੈ। ਇਹਨੂੰ ਕਿ ਅੱਗੇ ਪ੍ਰੀਐਂਬਲ ਜਦੋਂ ਆਪਾਂ ਕਰਾਂਗੇ ਆਪਾਂ ਦੱਸਾਂਗੇ ਵੀ ਪ੍ਰੀਐਂਬਲ ਕੀ ਚੀਜ਼ ਹੈਗੀ ਹੈ। ਅਤੇ ਇਹ ਜਿਹੜਾ ਹੈਗਾ ਨਾ ਇਹ ਓਬਜੈਕਟਿਵ ਰੈਜ਼ੋਲੂਸ਼ਨ ਪ੍ਰੀਐਂਬਲ ਜਿਹੜਾ ਹੈਗਾ ਓਬਜੈਕਟਿਵ ਰੈਜ਼ੋਲੂਸ਼ਨ ਦਾ ਇਵੋਲਵਡ ਮਤਲਬ ਕਿ ਜਿਹੜਾ ਵਿਕਸਿਤ ਹੋਇਆ ਇੱਕ ਵਰਜ਼ਨ ਹੈਗਾ, ਠੀਕ ਹੈ। ਅੱਗੇ ਆਪਾਂ ਨੈਕਸਟ ਗੱਲ ਕਰਦੇ ਹਾਂ। ਨੈਕਸਟ ਜਿਹੜਾ ਹੈਗਾ ਦਿਸ ਰੈਜ਼ੋਲੂਸ਼ਨ ਵਾਜ਼ anonymously adopted by assembly on January 22nd 1947। 22 ਜਨਵਰੀ 1947 ਨੂੰ ਇਹ ਜਿਹੜਾ ਰੈਜ਼ੋਲੂਸ਼ਨ ਹੈਗਾ ਸੀ ਇਹ ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਹੈਗਾ ਇਹਨੂੰ ਅਡੋਪਟ ਕੀਤਾ ਗਿਆ। ਇਟ ਇਨਫਲੂਐਂਸ ਦ ਇਵੈਂਚੁਅਲ ਸ਼ੇਪਿੰਗ ਆਫ ਦ ਕਨਸਟੀਟਿਊਸ਼ਨ ਥਰੂ ਆਲ ਇਟਸ ਸਬਸੀਕੁਐਂਟ ਸਟੇਜਿਸ, ਠੀਕ ਹੈ। ਹੁਣ ਕੀ ਸਬਸੀਕੁਐਂਟ ਸਟੇਜਿਸ ਹਰ ਇੱਕ ਸਟੇਜ 'ਤੇ ਕੀ ਇਹਨਾਂ ਨੇ ਕੀ ਆਪਦੀ ਸ਼ੇਪ ਸੰਵਿਧਾਨ ਨੂੰ ਸ਼ੇਪ ਕੀਤਾ ਹੈ ਕਿਵੇਂ, ਮਤਲਬ ਇਹਦੇ ਤੋਂ ਇੰਸਪਾਇਰ ਹੋ ਕੇ ਵੀ ਸੰਵਿਧਾਨ ਬਣਿਆ ਅਤੇ ਇਹਨਾਂ ਨੂੰ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਵੀ ਸਾਡੇ ਦੇਸ਼ ਦੀ ਸਰਕਾਰ ਡੈਮੋਕ੍ਰੈਟਿਕ ਲੱਗਣੀ ਚਾਹੀਦੀ, ਸਾਡੇ ਦੇਸ਼ ਦੀ ਸਰਕਾਰ ਜਿਹੜੀ ਹੈਗੀ ਹੈ ਸੋਵਰਨ ਲੱਗਣੀ ਚਾਹੀਦੀ ਹੈ, ਸਾਡੀ ਦੇਸ਼ ਦੀ ਸਰਕਾਰ ਜਿਹੜੀ ਹੈਗੀ ਉਹ ਕੀ ਧਰਮ ਨਿਰਪੇਖ ਲੱਗਣੀ ਚਾਹੀਦੀ। ਇਹਨਾਂ ਸਾਰਿਆਂ ਨੂੰ ਕੀ ਹੈ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਆਪਣਾ ਜਿਹੜਾ ਸੰਵਿਧਾਨ ਬਣਿਆ, ਠੀਕ ਹੈ। ਇਟਸ ਮੋਡੀਫਾਈਡ ਵਰਜ਼ਨ ਫੋਰਮਸ ਦਾ ਪ੍ਰੀਐਂਬਲ ਆਫ ਦਾ ਪ੍ਰੈਜ਼ੈਂਟ ਕਨਸਟੀਟਿਊਸ਼ਨ। ਹੁਣ ਜਿਹੜਾ ਹੈਗਾ ਪ੍ਰੀਐਂਬਲ ਹੈਗਾ ਪ੍ਰਸਤਾਵਨਾ ਜਿਹੜੀ ਹੈਗੀ ਪ੍ਰਸਤਾਵਨਾ ਕੀ ਹੈ ਦਾ ਇਵੋਲਡ ਵਰਜ਼ਨ ਹੈਗਾ, ਇਹ ਆਪਾਂ ਪਹਿਲਾਂ ਵੀ ਗੱਲ ਕਰ ਲਈਏ। ਅੱਗੇ ਗੱਲ ਕਰਦੇ ਹਾਂ ਆਪਾਂ ਚੇਂਜਿਸ ਬਾਏ ਦਾ ਇੰਡੀਪੈਂਡੈਂਸ ਐਕਟ। ਹੁਣ ਇੰਡੀਪੈਂਡੈਂਸ ਐਕਟ ਜਿਹੜਾ ਹੈਗਾ ਸੀ ਆਪਣੀ ਜਦੋਂ ਹੁਣ ਕੀ ਇਹ ਜਿਹੜੀ ਹੈਗੀ ਸੀ ਸੰਵਿਧਾਨ ਸਭਾ ਬਣੀ ਸੀ ਨਵੰਬਰ 1946 ਦੇ ਵਿੱਚ ਬਣ ਚੁੱਕੀ ਸੀ ਪੂਰੀ ਤਰ੍ਹਾਂ। ਹੁਣ ਕੀ ਜਦੋਂ ਆਪਾਂ ਨੂੰ ਆਜ਼ਾਦੀ ਕਦੋਂ ਮਿਲੀ 15 ਅਗਸਤ 1947 ਨੂੰ। ਹੁਣ 15 ਅਗਸਤ 1947 ਤੋਂ ਪਹਿਲੇ ਜਿਹੜਾ ਆਇਆ ਸੀ ਨਾ ਇੰਡੀਪੈਂਡੈਂਸ ਐਕਟ 1947 ਵਧੀ ਆਪਾਂ ਗੱਲ ਕਰ ਲਈ ਵੈਸੇ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ, ਬਟ ਆਪਾਂ ਫਿਰ ਵੀ ਇੱਥੇ ਗੱਲ ਕਰਾਂਗੇ ਵੀ ਇਹਦੇ ਵਿੱਚ ਚੇਂਜਿਸ ਕੀ ਆਈਆਂ, ਚੇਂਜਿਸ ਬਾਏ ਦਾ ਇੰਡੀਪੈਂਡੈਂਸ ਐਕਟ, ਠੀਕ ਹੈ। ਹੁਣ ਕੀ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਹੈਗੇ ਸੀ ਕੰਸਟੀਟਿਊਐਂਟ ਅਸੈਂਬਲੀ ਦੇ ਫੀਚਰਸ ਦੇ ਵਿੱਚ ਕੀ ਚੇਂਜਿਸ ਆਈਆਂ ਉਹਦੀ ਆਪਾਂ ਗੱਲ ਕਰਾਂਗੇ। ਫਸਟ ਪੁਆਇੰਟ ਕੀ ਕਹਿੰਦਾ ਦ ਰਿਪਰੈਜ਼ੈਂਟੇਸ਼ਨ ਆਫ ਦ ਪ੍ਰਿੰਸਲੀ ਸਟੇਟਸ ਹੂ ਹੈਡ stayed away from the constituent assembly gradually joined it। ਹੁਣ ਜਿਹੜੇ ਕੀ ਹੈ ਵੀ ਰਿਪਰੈਜ਼ੈਂਟੇਟਿਵਸ ਹੈਗੇ ਸੀ ਪ੍ਰਿੰਸਲੀ ਸਟੇਟਸ ਦੇ ਜਿਹੜੇ ਕੀ ਕਹਿੰਦੇ ਸੀ ਵੀ ਅਸੀਂ ਜਿਹੜਾ ਹੈਗਾ ਆਦੀ ਸਟੇਟ ਨੂੰ ਖੁਦ ਚਲਾਵਾਂਗੇ। ਹੁਣ ਕੀ ਹੋਇਆ ਜਦੋਂ ਸਾਈਨ ਆਫ ਐਕਸੈਸ਼ਨ ਹੋਇਆ ਤਾਂ ਉਹਦੇ ਵਿੱਚ ਕੀ ਹੈਗਾ ਵੀ ਸਾਰਿਆਂ ਨੇ ਕੀ ਸਾਈਨ ਕੀਤਾ ਅਤੇ ਜਿਹੜੇ ਜਿਨ੍ਹਾਂ ਨੇ ਸਾਈਨ ਕੀਤਾ ਉਹਨਾਂ ਸਾਰਿਆਂ ਨੇ ਕੀ ਹੈ ਜਿਹੜਾ ਹੈਗਾ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਹਿੱਸਾ ਲਿਆ, ਠੀਕ ਹੈ। ਗ੍ਰੈਜੂਅਲੀ ਉਹਨਾਂ ਨੇ ਕੀ ਹੌਲੀ ਉਹ ਕੀ ਜੁਆਇਨ ਕਰਨ ਲੱਗੇ। ਸੈਕਿੰਡ ਪੁਆਇੰਟ ਕੀ ਕਹਿੰਦਾ ਆਫਟਰ ਦ ਅਸੈਪਟੈਂਸ ਆਫ ਦ ਮਾਊਂਟਬੈਟਨ ਪਲਾਨ ਆਫ ਜੂਨ 3rd 1947। ਹੁਣ ਜੂਨ 3 1947 ਦੇ ਜਿਹੜੇ ਮਾਊਂਟਬੈਟਨ ਪਲਾਨ ਹੈਗਾ ਸੀ ਉਸ ਤੋਂ ਬਾਅਦ ਜਿਨ੍ਹਾਂ ਨੇ ਅਸੈਪਟ ਕੀਤਾ ਫॉर ਦ ਪਾਰਟੀਸ਼ਨ ਆਫ ਦ ਕੰਟਰੀ। ਪਾਰਟੀਸ਼ਨ ਮਤਲਬ ਕਿ ਦੇਸ਼ ਦੀ ਵੰਡ ਹੋਣ ਦੇ ਵੀ 2 ਰਾਜ ਬਣਨਗੇ, ਇੱਕ ਹੀ ਹੋਏਗਾ ਇੱਕ ਦੇਸ਼ ਹੋਏਗਾ ਜਿਹੜਾ ਭਾਰਤ ਹਿੰਦੁਸਤਾਨ, ਠੀਕ ਹੈ, ਭਾਰਤ ਹੋਏਗਾ ਅਤੇ ਦੂਸਰਾ ਕੀ ਹੋਏਗਾ ਪਾਕਿਸਤਾਨ ਹੋਏਗਾ। ਹੁਣ ਜਿਹੜੇ ਪਾਕਿਸਤਾਨ ਅਤੇ ਭਾਰਤ 2 ਬਣੇ ਨਾ ਉਹਨਾਂ ਜਦੋਂ ਅਸੈਪਟ ਕੀਤਾ ਗਿਆ ਦ ਰਿਪਰੈਜ਼ੈਂਟੇਟਿਵਸ ਆਫ ਦ ਮੋਸਟ ਆਫ ਦ ਅਦਰ ਪ੍ਰਿੰਸਲੀ ਸਟੇਟਸ ਟੁੱਕ ਦੇਅਰ ਸੀਟਸ ਇਨ ਦ ਅਸੈਂਬਲੀ, ਠੀਕ ਹੈ। ਬਾਕੀ ਜਿਹੜੇ ਬਚ ਕੇ ਹੈਗੇ ਸੀ ਪ੍ਰਿੰਸਲੀ ਸਟੇਟਸ ਸੀਗੇ ਸੋ ਜ਼ਿਆਦਾਤਰ ਲੋਕਾਂ ਨੇ ਕੀ ਜ਼ਿਆਦਾਤਰ ਪ੍ਰਿੰਸਲੀ ਸਟੇਟਸ ਦੇ ਜਿਹੜੇ ਰਾਜੇ ਹੈਗੇ ਸੀ ਜਿਹੜੇ ਉਹਨਾਂ ਦੇ ਹੈੱਡ ਹੈਗੇ ਸੀ ਉਹਨਾਂ ਨੇ ਵੀ ਕੀ ਜਿਹੜਾ ਹੈਗਾ ਆਪਣੀ ਜਿਹੜੀ ਕਿ ਕੰਸਟੀਟਿਊਐਂਟ ਅਸੈਂਬਲੀ ਸੰਵਿਧਾਨ ਸਭਾ ਦੇ ਵਿੱਚ ਆਪਣਾ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਮਤਲਬ ਕਿ ਉਹਨਾਂ ਨੇ ਕੀ ਮੰਨ ਲਿਆ ਸੀ ਅਸੀਂ ਜਿਹੜਾ ਹੈਗਾ ਭਾਰਤ ਨਾਲ ਅਸੀਂ ਰਲਾਂਗੇ, ਅਸੀਂ ਉਹਨਾਂ ਨਾਲ ਜਿਹੜਾ ਹੈਗਾ ਹਿੱਸਾ ਦੇਵਾਂਗੇ, ਉਹਨਾਂ ਦੇ ਵਿੱਚ ਅਸੀਂ ਰਲ ਚੁੱਕੇ ਹਾਂ।
अगे थर्ड पॉइंट गल करता है द मैंबर्स ऑफ द मुस्लिम लीग फ्रॉम द इंडियन डोमीनियन ऑल्सो एंटर्ड द असैंबली। हुण वो गल कर रहे हैं मैंबर्स ऑफ मुस्लिम लीग दे वो मैंबर जिहड़े की है भी भारत दे राज्यां दे विच रह गए, ਜਿਹੜੇ ਪ੍ਰਿੰਸਲੀ ਸਟੇਟਸ ਦੇ ਵਿੱਚ ਰਹਿ ਗਏ, ਜਾਂ ਫਿਰ ਕਿ ਬ੍ਰਿਟਿਸ਼ ਐਕਸੈਸ਼ਨ ਜਿਹੜੇ ਮਤਲਬ ਬ੍ਰਿਟਿਸ਼ ਰਾਜ ਜਿਹੜੇ ਹੈਗੇ ਸੀ ਜਿਨ੍ਹਾਂ ਨੇ ਬ੍ਰਿਟਿਸ਼ ਲੋਕਾਂ ਨੇ ਕਿ ਆਪਣੇ 'ਤੇ ਕਬਜ਼ਾ ਕੀਤਾ ਹੋਇਆ ਸੀ, ਉਹ ਜਿਹੜੇ ਵੀ ਲੋਕ ਜਿਹੜੇ ਇੱਥੇ ਰਹਿ ਗਏ ਸੀ ਉਹਨਾਂ ਨੂੰ ਕੀ ਜਿਹੜਾ ਹੈਗਾ ਉਹ ਜਿਹੜੇ ਸਾਰੇ ਕੀ ਹੈ ਹੁਣ ਅਸੈਂਬਲੀ ਦੇ ਵਿੱਚ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਹਿੱਸਾ ਲੈਣ ਲੱਗੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਆਪਾਂ ਜਿਹੜਾ ਹੈਗਾ ਨੈਕਸਟ ਅੱਗੇ ਗੱਲ ਕਰਦੇ ਹੈਗੇ ਆਪਣੇ ਨੈਕਸਟ ਪੁਆਇੰਟ ਵੱਲ। ਅੱਗੇ ਗੱਲ ਕਰਦੇ ਹਾਂ ਤਾਂ इंडियन इंडिपेंडेंस एक्ट ऑफ 1947 मेड द फॉलोइंग 3 चेंजिस इन द पोजीशन ऑफ द असैंबली। ठीक है, हुण जिहड़े हैगे ਜਿਹੜੇ ਥੱਲੇ ਦਿੱਤੇ ਨੇ ਤਿੰਨ ਜਿਹੜੇ ਮੇਨ ਜਿਹੜੇ ਹੈਗੇ ਨੇ 3 ਪੁਆਇੰਟਸ ਹੈਗੇ ਨੇ ਜਿਨਦੇ ਵਿੱਚ ਕੀ ਚੇਂਜਿਸ ਕੀਤੀਆਂ ਗਈਆਂ, ਜਿਹੜਾ ਕੀ ਹੈਗਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਵਿੱਚ 3 ਚੇਂਜਿਸ ਕੀਤੀਆਂ ਸੀ। ਉਹ ਕਿਹੜੀ ਕੀਤੀਆਂ ਸੀ ਉਹ ਆਪਾਂ ਅੱਗੇ ਪੜ੍ਹਦੇ। ਠੀਕ ਹੈ, ਦ ਫਸਟ ਪੁਆਇੰਟ ਹੈਗਾ ਜਿਹੜਾ ਫਸਟ ਚੇਂਜ ਹੋਇਆ ਉਹ ਇਹ ਹੋਇਆ ਦ ਅਸੈਂਬਲੀ ਵਾਜ਼ ਮੇਡ ਅ ਫੁਲੀ ਸੋਵਰਨ ਬੋਡੀ। ਅਸੈਂਬਲੀ ਨੂੰ ਫੁਲੀ ਸੋਵਰਨ ਮਤਲਬ ਕਿ ਉਹ ਕੋਈ ਵੀ ਜਿਹੜਾ ਹੈਗਾ ਡਿਸੀਜ਼ਨ ਲੈ ਸਕਦੀ ਆ ਉਹਦੇ ਬਿਹਾਫ 'ਤੇ, ਉਹਨਾਂ ਨੂੰ ਜੋ ਸਹੀ ਲੱਗਦਾ ਉਹ ਕਰਨਗੇ। ਠੀਕ ਹੈ, ਬਟ ਉਹ ਕੀ ਲੋਕ ਜਨਹਿਤ ਦੇ ਵਿੱਚ ਹੋਣਾ ਚਾਹੀਦਾ। ਵਿਚ ਕੁਡ ਫਰੇਮ ਐਨੀ ਕੰਸਟੀਟਿਊਸ਼ਨ ਇਟ ਪਲੇਸਡ ਮਤਲਬ ਕਿ ਉਹਨਾਂ ਜੋ ਲੱਗਦਾ ਉਹ ਹਿਸਾਬ ਦਾ ਕੰਸਟੀਟਿਊਸ਼ਨ ਬਣਾ ਸਕਦੇ ਨੇ। ਦ ਐਕਟ ਐਮਪਾਵਰ ਦ ਅਸੈਂਬਲੀ ਟੂ ਐਬਰੋਗੇਟ ਔਰ ਕਲਚਰ ਐਨੀ ਲੋ ਮੇਡ ਬਾਏ ਦ ਬ੍ਰਿਟਿਸ਼ ਪਾਰਲੀਮੈਂਟ ਇਨ ਰਿਲੇਸ਼ਨ ਟੂ ਦ ਇੰਡੀਆ। ਠੀਕ ਹੈ, ਹੁਣ ਮਤਲਬ ਕਿ ਇਹਦੇ ਵਿੱਚ ਕਹਿ ਰਹੇ ਨੇ ਵੀ ਇੱਕ ਤਾਂ ਕੀ ਆਪਦੀ ਮਰਜ਼ੀ ਨਾਲ ਸੰਵਿਧਾਨ ਬਣਾਉਣਗੇ, ਜੇ ਉਹਨਾਂ ਨੂੰ ਲੱਗਦਾ ਹੈ ਵੀ ਜਿਹੜਾ ਬ੍ਰਿਟਿਸ਼ ਲੋਕਾਂ ਨੇ ਜੋ ਵੀ ਆਪਦੇ ਸੰਵਿਧਾਨ ਬਣਾਏ ਨੇ, ਸੰਵਿਧਾਨ ਇਨ ਦਾ ਸੈਂਸ ਗਵਰਨਮੈਂਟ ਆਫ ਇੰਡੀਆ ਐਕਟ 1935 ਇੰਡੀਪੈਂਡੈਂਸ ਐਕਟ 1947 ਵਾਲਾ ਬਣਾਇਆ ਸੀ, ਜਾਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਹੈਗੇ ਸੀ ਆਪਣੇ ਜਿਹੜੇ ਰੈਲਿਕਸ ਆਪਾਂ ਕਹਿ ਦਈਏ ਜਿਹੜੇ ਆਪਣੇ ਪਿਛੋਕੜ ਹੈਗੇ ਸੀ ਜੋ ਵੀ ਬ੍ਰਿਟਿਸ਼ਰਸ ਨੇ ਬਣਾਏ ਸੀ ਕਾਨੂੰਨ, ਉਹਨਾਂ ਦੇ ਵਿੱਚ ਜੇਕਰ ਉਹ ਕੋਈ ਵੀ ਚੇਂਜ ਕਰਨਾ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਸੀ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਫਸਟ ਜਿਹੜਾ ਹੈਗਾ ਪੁਆਇੰਟ ਦੀ ਸਮਝ ਲੱਗ ਗਈ, ਫਸਟ ਚੇਂਜ ਬਾਰੇ ਸਮਝ ਲੱਗ ਗਈ ਹੋਏਗੀ। ਸੈਕਿੰਡ ਆਪਾਂ ਚੇਂਜ ਗੱਲ ਕਰਦੇ ਹਾਂ ਦ ਅਸੈਂਬਲੀ ਆਲਸੋ ਬਿਕਮ ਅ ਲੈਜਿਸਲੇਟਿਵ ਬੋਡੀ। ਔਰ ਲੈਜਿਸਲੇਟਿਵ ਬੋਡੀ ਬਣ ਚੁੱਕੀ ਸੀ ਅਸੈਂਬਲੀ। ਲੈਜਿਸਲੇਟਿਵ ਬੋਡੀ ਕਿਹੜੀ ਹੁੰਦੀ ਜਿਹੜੀ ਕਿ ਕਾਨੂੰਨ ਬਣਾਉਂਦੀ ਹੈ, ਉਹਨੂੰ ਕੀ ਲੈਜਿਸਲੇਟਿਵ ਬੋਡੀ ਕਿਹਾ ਜਾਂਦਾ। ਇਨ ਅਦਰ ਵਰਡਸ ਜੋ ਦੂਜੇ ਸ਼ਬਦ ਦੂਜੀ ਭਾਸ਼ਾ 'ਚ ਆਪਾਂ ਕਹੀਏ ਤਾਂ ਟੂ ਸੈਪਰੇਟ ਫੰਕਸ਼ਨਸ ਵਰ ਅਸਾਈਨ ਟੂ ਦ ਅਸੈਂਬਲੀ। ਹੁਣ ਕੰਸਟੀਟਿਊਐਂਟ ਅਸੈਂਬਲੀ ਇੱਕ ਸੀ ਬਟ ਹੁਣ ਫੰਕਸ਼ਨਸ ਜਿਹੜੇ ਹੈਗੇ ਦੋ ਹੈਗੇ ਸੀ। ਪਹਿਲਾ ਫੰਕਸ਼ਨ ਕੀ ਸੀ ਦੈਟ ਇਜ਼ ਮੇਕਿੰਗ ਆਫ ਦ ਕੰਸਟੀਟਿਊਸ਼ਨ ਫॉर ਅ ਫ੍ਰੀ ਇੰਡੀਆ। ਇੱਕ ਤਾਂ ਕੀ ਆਜ਼ਾਦ ਦੇਸ਼ ਵਾਸਤੇ ਕੀ ਸੰਵਿਧਾਨ ਬਣਾਉਣਾ ਐਂਡ ਐਨੈਕਟਿੰਗ ਦ ਆਰਡੀਨਰੀ ਲਾਜ਼ ਫॉर ਦ ਕੰਟਰੀ। ਹੁਣ ਐਨੈਕਟਿੰਗ ਮਤਲਬ ਕਿ ਲੋਕਾਂ 'ਤੇ ਲਾਗੂ ਵੀ ਕਰਨਾ, ਉਹਨਾਂ ਨੂੰ ਐਨੈਕਟ ਕਰਨਾ, ਉਹਨਾਂ ਨੂੰ ਲਾਗੂ ਕਰਨਾ ਵੀ ਕੀ ਇਹਦਾ ਹੀ ਕੰਮ ਹੈਗਾ ਸੀ। ਠੀਕ ਹੈ, ਇਹ ਦੋ ਕੰਮ ਹੈਗੇ ਸੀ ਇਹਨਾਂ ਦੇ ਅਸੈਂਬਲੀ ਦੇ। ਅੱਗੇ ਜਿਹੜਾ ਹੈਗਾ ਇਹ ਸੇਮ ਹੀ ਜਿਹੜਾ ਹੈਗਾ ਨੈਕਸਟ ਪੁਆਇੰਟ ਦੇ ਵਿੱਚ ਇਹਦੀ ਗੱਲ ਕੀਤੀ ਕਿ ਸੈਕਿੰਡ ਪੁਆਇੰਟ ਇਹਦਾ ਬਣਾਇਆ ਸੈਕਿੰਡ ਪੁਆਇੰਟ देयर 2 टास्क वर टू बी परफॉर्मड ऑन सैपरेट डेज। ठीक है, 2 टास्क ਜਿਹੜੇ अलग अलग परफॉर्म किए गए। दस द असैंबली बिकम द फर्स्ट पार्लियामेंट ऑफ अ फ्री इंडिया वैन एवर द असैंबली मैट एज द कंस्टिट्यूएंट बॉडी इट वॉज चेयर्ड बाय द डॉक्टर राजेंद्र प्रसाद। ਜਦੋਂ ਕੀ ਹੈ ਕੰਸਟੀਟਿਊਐਂਟ ਅਸੈਂਬਲੀ ਦੇ ਤੌਰ 'ਤੇ ਜਿਹੜੀ ਕਿ ਬੋਡੀ ਜਿਹੜੀ ਸੀ ਇਸ ਸਭਾ ਜਿਹੜੀ ਸੀ ਜੁੜਦੀ ਸੀ, ਉਹਦਾ ਇੰਚਾਰਜ ਕੌਣ ਸੀ, ਉਹਦਾ ਹੈੱਡ ਕੌਣ ਸੀ, ਡਾਕਟਰ ਰਾਜੇਂਦਰ ਪ੍ਰਸਾਦ ਸੀ। ਵੈਨ ਇਟ ਮੈਟ ਐਜ਼ ਅ ਲੈਜਿਸਲੇਟਿਵ ਬੋਡੀ, ਜਦੋਂ ਕਿ ਕਾਨੂੰਨ ਬਣਾਉਣ ਦੇ ਆਦੇ ਮਕਸਦ ਨਾਲ ਜੁੜਦੀ ਸੀ ਤਾਂ ਉਦੋਂ ਇਟ ਵਾਜ਼ ਚੇਅਰਡ ਬਾਏ ਦਾ ਜੀ.ਵੀ. ਮਾਲਕਰ। ਠੀਕ ਹੈ, ਜੀ.ਵੀ. ਮਾਲਵੰਕਰ ਜਿਹੜੇ ਹੈਗੇ ਸੀ ਨਾ ਮਾਵਲੰਕਰ ਜਿਹੜੇ ਹੈਗੇ ਸੀ ਸੋਰੀ, ਉਹਨਾਂ ਦੇ ਜਿਹੜੇ ਹੈਗੇ ਉਹ ਕੀ ਹੈ ਉਸ ਪ੍ਰੈਜ਼ੀਡੈਂਸੀ ਨੂੰ ਉਹ ਜਿਹੜੇ ਹੈਗੇ ਸੀ ਉਸ ਹਾਊਸ ਨੂੰ ਚੇਅਰ ਕਰਦੇ ਸੀ। ਠੀਕ ਹੈ, ਮਤਲਬ ਕਿ ਉਹਨਾਂ ਦੀ ਜਿਹੜੀ ਪ੍ਰਧਾਨਗੀ ਉਹ ਕਰਦੇ ਸੀ। ਆਈ ਹੋਪ ਗਾਇਜ਼ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਇੰਨਾ। These 2 functions continued till November 26, 1949 when the task of making constitution was over। ਹੁਣ ਮਤਲਬ ਕੀ ਹੈ ਜਿਹੜਾ ਹੈਗਾ ਟਾਸਕ ਇਹ ਕੰਮ ਉਦੋਂ ਤੱਕ ਚੱਲਦਾ ਰਿਹਾ, ਇਹ 2 ਲੀਡਰਸ ਜਿਹੜੇ ਉਦੋਂ ਤੱਕ ਇੰਚਾਰਜ ਰਹੇ ਜਦੋਂ ਤੱਕ ਆਪਣਾ ਸੰਵਿਧਾਨ ਪੂਰੀ ਤਰ੍ਹਾਂ ਬਣ ਨਹੀਂ ਗਿਆ। ਤਾਂ ਪੂਰੀ ਤਰ੍ਹਾਂ ਸੰਵਿਧਾਨ ਕਦੋਂ ਬਣਾ 26 ਨਵੰਬਰ 1949 ਨੂੰ ਕਿ ਆਪਣਾ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ। ਇਸ ਕਰਕੇ ਹੀ 26 ਨਵੰਬਰ ਨੂੰ ਜਿਹੜਾ ਆਪਾਂ ਕੀ ਹੈ ਸੰਵਿਧਾਨ ਸਭ ਜਿਹੜਾ ਹੈਗਾ ਸੰਵਿਧਾਨਿਕ ਦਿਨ ਤੌਰ 'ਤੇ ਆਪਾਂ ਸੰਵਿਧਾਨਿਕ ਦਿਵਸ ਦੇ ਤੌਰ 'ਤੇ ਆਪਾਂ ਕੀ ਉਹਨੂੰ ਮਨਾਉਂਦੇ ਹਾਂ। ਠੀਕ ਹੈ, ਤਾਂ ਹੁਣ ਕਿ ਥਰਡ ਚੇਂਜ ਜਿਹੜਾ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਇੰਡੀਪੈਂਡੈਂਸ ਐਕਟ ਦੇ ਵਿੱਚ 1947 ਵਾਲੇ ਐਕਟ ਦੇ ਵਿੱਚ ਜਿਹੜਾ ਥਰਡ ਚੇਂਜ ਕੀਤਾ ਸੀ ਉਹ ਹੀ ਕੀਤਾ ਸੀ ਦ ਮੁਸਲਿਮ ਲੀਗ ਮੈਂਬਰਸ।
ठीक है, हेलिंग फ्रॉम द एरियाज ਇਨਕਲੂਡਡ ਇਨ ਦਾ ਪਾਕਿਸਤਾਨ, ਜਿਹੜੇ ਕਿ ਮੁਸਲਿਮ ਲੀਗ ਦੇ ਮੈਂਬਰ ਸੀਗੇ, ਜਿਹੜੇ ਕਿ ਕੁਛ ਜਿਹੜੇ ਇਲਾਕੇ ਹੈਗੇ ਸੀ ਪਾਕਿਸਤਾਨ ਦੇ ਵਿੱਚ ਇਲਾਕੇ ਹੈਗੇ ਸੀ, ਵਿਡਰੋ ਫਰੋਮ ਦਾ ਕੰਸਟੀਟਿਊਐਂਟ ਅਸੈਂਬਲੀ ਫॉर ਇੰਡੀਆ। ਠੀਕ ਹੈ, ਉਹਨਾਂ ਨੂੰ ਕਿ ਵਿਡਰੋ ਕਰ ਦਿੱਤਾ ਗਿਆ, ਵਿਡਰੋ ਮਤਲਬ ਛੱਡ ਦਿੱਤਾ ਗਿਆ। ਕੰਸਟੀਟਿਊਐਂਟਲੀ ਦਾ ਟੋਟਲ ਸਟਰੈਂਥ ਆਫ ਦਾ ਅਸੈਂਬਲੀ ਕੇਮ ਡਾਊਨ ਟੂ 299। ਠੀਕ ਹੈ, ਹੁਣ ਕਿ 299 ਜਿਹੜੇ ਮੈਂਬਰ ਸੀਗੇ ਸੀ ਬਾਕੀ ਰਹਿ ਗਏ। ਠੀਕ ਹੈ, ਕਿਉਂਕਿ ਉਹਨਾਂ ਨੂੰ ਬਾਕੀਆਂ ਤੋਂ ਵਿਡਰੋ ਕਰ ਦਿੱਤਾ ਸੀ, ਜਿਹੜੇ ਕੀ ਹੈ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ, ਉਹਨਾਂ ਤੋਂ ਛੱਡ ਦਿੱਤਾ ਸੀ ਆਪਾਂ, ਉਹਨਾਂ ਸੀਟਾਂ ਤਾਂ ਆਪਾਂ ਉਹਨਾਂ ਨੂੰ ਅਸਾਈਨ ਕਰ ਦਿੱਤੀਆਂ ਸੀ। ਐਜ਼ ਅਗੇਂਸਟ 389 ਓਰੀਜਨਲੀ ਫਿਕਸ ਇਨ 1946। 1946 ਦੇ ਵਿੱਚ ਕੀ ਆਪਾਂ ਫਿਕਸ ਕੀਤਾ ਸੀ 399 ਸੀਟਾਂ ਹੋਣਗੀਆਂ, ਬਟ 399 ਦੇ ਵਿੱਚੋਂ 299 ਸੀਟਾਂ ਰਹਿ ਗਏ, ਬਾਕੀ ਸੀਟਾਂ ਕਿੱਧਰ ਗਈਆਂ, ਪਾਕਿਸਤਾਨ ਦੇ ਵਿੱਚ ਗਈਆਂ। ਅੰਡਰ ਦਾ ਕੈਬਨਿਟ ਮਿਸ਼ਨ ਪਲਾਨ, ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਆਪਾਂ ਇਹ ਕੀ ਪਲਾਨ ਕੀਤਾ ਸੀ ਨਾ ਵੀ ਜਿਹੜੀ ਆਪਣੀ ਟੋਟਲ ਸਟਰੈਂਥ ਹੋਏਗੀ ਕੰਸਟੀਟਿਊਐਂਟ ਅਸੈਂਬਲੀ ਦੀ, ਉਹ ਕਿੰਨੀ ਹੋਏਗੀ 399। 399 ਦੇ ਵਿੱਚੋਂ ਇੰਨੇ ਜਿਹੜੇ ਹੈਗੇ ਮੈਂਬਰ ਆਪਾਂ ਉਸ ਦਿਨ ਸਟਰਕਚਰ ਦੇ ਵਿੱਚ ਗੱਲ ਕੀਤੀ ਸੀ ਵੀ ਇੰਨੇ ਮੈਂਬਰ ਜਿਹੜੇ ਹੈਗੇ ਨੇ ਉਹ ਪ੍ਰਿੰਸਲੀ ਸਟੇਟਸ, ਮਤਲਬ 93 ਮੈਂਬਰ ਜਿਹੜੇ ਹੈਗੇ ਸੀ ਉਹ ਕੀ ਪ੍ਰਿੰਸਲੀ ਸਟੇਟਸ ਨੂੰ ਦਿੱਤੇ ਗਏ, ਬਾਕੀ ਜਿਹੜੇ 200 ਜਿਹੜੇ ਹੈਗੇ ਸੀ 96 ਹੈਗੇ ਸੀ ਉਹ ਕੀ ਹੈ ਬ੍ਰਿਟਿਸ਼ ਪ੍ਰੋਵਿੰਸਿਸ ਨੂੰ ਦਿੱਤੇ ਗਏ, 4 ਜਿਹੜੇ ਹੈਗੇ ਸੀ ਚੀਫ ਕਮਿਸ਼ਨਰ ਨੂੰ ਦਿੱਤੇ ਗਏ ਉਹ 296 ਦੇ ਵਿੱਚੋਂ, ਜਿਹੜੇ ਕਿ ਉਹਨਾਂ ਨੂੰ ਕੀ ਅੱਗੇ ਆਦੀ ਮਰਜ਼ੀ ਨਾਲ ਜਿਹੜੇ ਹੈਗੇ ਨੋਮੀਨੇਟ ਕਰਨਗੇ। ਆਈ ਹੋਪ ਗਾਈਜ਼ ਤੁਹਾਨੂੰ ਯਾਦ ਆ ਗਿਆ ਹੋਏਗਾ, ਨਹੀਂ ਤਾਂ ਤੁਸੀਂ ਲਾਸਟ ਕਲਾਸ ਦੁਬਾਰਾ ਤੋਂ ਦੇਖ ਲੈਣਾ। The strength of the Indian provinces was reduced from 296 to 229 and those of the princely states from 93 to 70। ਹੁਣ ਜਿਹੜੀ ਹੈਗੀ ਸਟਰੈਂਥ ਹੈਗੀ ਸੀ 296 ਤੋਂ ਕਿੰਨੀ ਆ ਗਈ, 296 ਤੋਂ ਆ ਗਈ 229 ਆ ਗਈ, ਤੇ ਜਿਹੜੀਆਂ ਪ੍ਰਿੰਸਲੀ ਸਟੇਟਸ ਹੈਗੀ ਸੀ, ਪ੍ਰਿੰਸਲੀ ਸਟੇਟਸ ਜਿਹੜੀ ਹੈਗੀ ਸੀ 93 ਹੈਗੀਆਂ ਸੀ ਸੀਟਾਂ, ਉਹ ਕੀ 70 ਆ ਗਈਆਂ। ਠੀਕ ਹੈ, ਤਾਂ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਲੈਕਚਰ ਬਹੁਤ ਵਧੀਆ ਲੱਗਿਆ ਹੋਏਗਾ। ਹੁਣ ਗੱਲ ਕਰਦੇ ਹਾਂ ਵੀ ਆਪਾਂ ਜਿਹੜੇ ਕਿ ਨੈਕਸਟ ਕੀ ਕਰਾਂਗੇ। ਨੈਕਸਟ ਆਪਾਂ ਕਰਾਂਗੇ ਕਮੇਟੀ ਦੇ ਹੈਡ ਚੇਅਰ ਕੌਣ ਹੈਗੇ ਸੀ ਤੇ ਉਹਨਾਂ ਦੀ ਵਰਕਿੰਗ ਕਿਵੇਂ ਕੀਤਾ। ਤਾਂ ਇਹ ਜਿਹੜੇ ਕਿ ਸੀ ਮੋਸਟ ਇੰਪੋਰਟੈਂਟ ਪੁਆਇੰਟ ਹੈਗੇ ਨੇ, ਇਹਦੇ ਵਿੱਚ ਇੰਡੀਪੈਂਡੈਂਸ ਐਕਟ ਦੇ ਵਿੱਚ ਚੇਂਜਸ ਕੀ ਹੋਈਆਂ ਅਤੇ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈਗਾ ਉਹ ਆਪਾਂ ਕੀ ਗੱਲ ਕਰ ਲੈਂਦੇ ਵੀ ਮੁਸਲਿਮ ਲੀਗ ਦੀ ਕਿੰਨੇ ਜਿਹੜੇ ਹੈਗੇ ਮੈਂਬਰਸ ਉਹਦੇ ਵਿੱਚ ਜੁਆਇਨ ਕੀਤੇ। ਇੱਕ ਗੱਲ ਹੈਗੀ ਸੀ ਵੀ ਆਪਣਾ ਆਹ ਪੁਆਇੰਟ ਹੈਗਾ ਇੰਪੋਰਟੈਂਟ ਵੀ ਜਿਹੜਾ ਹੈਗਾ ਸੀ ਜਦੋਂ ਤਾਂ ਲੈਜਿਸਲੇਟਿਵ ਅਸੈਂਬਲੀ ਦੇ ਤੌਰ ਤੇ ਜੁੜਦੇ ਸੀ ਉਦੋਂ ਕਿ ਜੀ.ਵੀ. ਮਾਵਲੰਕਰ ਜੀ ਜਿਹੜੇ ਹੈਗੇ ਸੀ ਉਹ ਚੇਅਰ ਕਰਦੇ ਸੀ, ਉਹ ਪ੍ਰਧਾਨ ਰਹਿੰਦੇ ਸੀ। ਜਦੋਂ ਕਿ ਕੰਸਟੀਟਿਊਐਂਟ ਅਸੈਂਬਲੀ ਸੰਵਿਧਾਨ ਸਭਾ ਦੇ ਤੌਰ 'ਤੇ ਜਿਹੜੇ ਜੁੜਦੇ ਸੀ ਉਦੋਂ ਡਾਕਟਰ ਰਾਜਿੰਦਰ ਪ੍ਰਸਾਦ ਉਹਨਾਂ ਦੇ ਪ੍ਰਧਾਨ ਰਹਿੰਦੇ ਸੀ। ਸੋ ਥੈਂਕ ਯੂ ਗਾਈਜ਼ ਫॉर ਵਾਚਿੰਗ ਮਾਈ ਲੈਕਚਰ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨਸ। ਥੈਂਕ ਯੂ ਸੋ ਮਚ। ਬਾਏ ਬਾਏ ਗਾਈਜ਼।